पाकिस्तानी पंजाबी कहानी है आकड़ खां। लेखक आशिक। ਵੱਡੇ ਸਾਰੇ ਵਿਹੜੇ ਵਿੱਚ ਕਿੰਨੀਆਂ ਸਾਰੀਆਂ ਮੰਜੀਆਂ ਡਿੱਠੀਆਂ ਸਨ। ਭਰ ਗਰਮੀਆਂ ਦੀ ਸ਼ਾਮ ਸੀ। ਕੱਚੀ ਤੇ ਗਰਮ ਮਿੱਟੀ ਉੱਤੇ ਪਾਣੀ ਦੇ ਛੜਕਾਅ ਨੇ ਜਿਵੇਂ ਕੋਰੀ ਮਿੱਟੀ ਵਿੱਚੋਂ ਮੁਸ਼ਕ ਦੀ ਮਹਿਕ ਖਿਲਾਰ ਦਿੱਤੀ ਸੀ। ਮੈਂ ਇੱਕ ਮੰਜੀ ਉੱਤੇ ਬੈਠਾ ਰੋਟੀ ਖਾਂਦਾ ਪਿਆ ਸਾਂ। ਉਦੋਂ ਮੇਰੀ ਉਮਰ ਮਸਾਂ 8 ਸਾਲ ਦੀ ਹੋਏਗੀ, ਪਰ ਮੈਨੂੰ ਅਜੇ ਵੀ ਇੱਕ ਗੱਲ ਯਾਦ ਏ। ਮੇਰੇ ਸਾਹਮਣੇ ਗਿੱਲੀ ਭੂਈ ਉੱਤੇ ਇੱਕ ਡੱਬਾ ਕੁੱਤਾ ਆਪਣੀਆਂ ਅਗਲੀਆਂ ਲੱਤਾਂ ਉੱਤੇ ਸਿਰ ਟਿਕਾ ਕੇ ਲੇਟਿਆ ਹੋਇਆ ਸੀ। ਉਹਦੀਆਂ ਨਜ਼ਰਾਂ ਮੇਰੇ ਉੱਤੇ ਜੰਮੀਆਂ ਹੋਈਆਂ ਸਨ। ਫਿਰ ਜਦੋਂ ਮੈਂ ਰੋਟੀ ਖਾ ਲਈ ਤਾਂ ਉਹ ਕੁੱਤਾ ਚੁੱਪ-ਚਪੀਤਾ ਉੱਤੋਂ ਉੱਠ ਕੇ ਚਲਾ ਗਿਆ। ਇੰਜ ਕਈ ਵਾਰ ਹੋਇਆ। ਫਿਰ ਇੱਕ ਦਿਨ ਮੇਰੇ ਅੱਬਾ ਜੀ ਨੇ ਸਭ ਕੁਝ ਵੇਖ ਲਿਆ। ਉਹ ਮੈਨੂੰ ਆਖਣ ਲੱਗੇ, ਪੁੱਤਰਾ, ਇਹ ਕੁੱਤੇ ਸਾਬਰ ਫਕੀਰ ਵਾਂਗੂ ਹੁੰਦੇ ਨੇ। ਇਹ ਬਿੱਲੀ ਵਾਂਗੂ ਨਦੀਦੇ ਤੇ ਹੱਥੀਂ ਪੈਣ ਵਾਲੇ ਨਹੀਂ ਹੁੰਦੇ। ਅੱਗੋਂ ਤੋਂ ਰੋਟੀ ਦੀ ਇੱਕ ਅੱਧੀ ਬੁਰਕੀ ਕੁੱਤੇ ਨੂੰ ਜ਼ਰੂਰ ਦੇ ਦਿਆ ਕਰੀ। ਮੈਂ ਇਹ ਗੱਲ ਪੱਲੇ ਬੰਨ੍ਹ ਲਈ। ਹੌਲੀ ਹੌਲੀ ਸਾਡੇ ਦੋਹਾਂ ਵਿਚਕਾਰ ਦੋਸਤੀ ਵੱਧਦੀ ਗਈ ਤੇ ਇਹਦੇ ਨਾਲ ਹੀ ਕੁੱਤੇ ਦਾ ਹਿੱਸਾ ਵੀ ਵੱਧਦਾ ਗਿਆ ਤੇ ਫਿਰ ਅਸੀਂ ਪੱਕੇ ਯਾਰ ਬਣ ਗਏ। ਹੁਣ ਮੈਂ ਜਿੱਧਰ ਵੀ ਜਾਂਦਾ ਇਹ ਕੁੱਤਾ ਮੇਰੇ ਨਾਲ ਹੀ ਜਾਂਦਾ। ਮੇਰਾ ਨਾਂ ਘਰਦਿਆਂ ਨੇ ਹੀਰਾ ਰੱਖਿਆ ਸੀ ਤੇ ਮੈਂ ਆਪਣੇ ਯਾਰ ਦਾ ਨਾਮ ਮੋਤੀ ਰੱਖ ਦਿੱਤਾ। ਤੇ ਇੰਜ ਹੀਰੇ ਤੇ ਮੋਤੀ ਦੀ ਜੋੜੀ ਸਾਰੇ ਆਲੇ ਦੁਆਲੇ ਜਾਣੀ ਪਹਿਚਾਣੀ ਜਾਂਦੀ ਸੀ ਤੇ ਅਸੀਂ ਵੱਡੇ ਮੈਦਾਨਾਂ 'ਚ ਦੌੜਾਂ ਲਾਉਂਦੇ। ਜਦੋਂ ਕਦੀ ਮੇਰੇ ਕੋਲ ਪੈਸੇ ਹੁੰਦੇ ਮੈਂ ਆਪਣੇ ਬੇਲੀ ਨੂੰ ਖੋਏ ਦਾ ਪੇੜਾ ਖਵਾਉਂਦਾ। ਫਿਰ ਮੋਤੀ ਮੇਰੇ ਲਈ ਮੈਨੂੰ ਸਕੂਲੇ ਛੱਡਣ ਜਾਂਦਾ। ਛੁੱਟੀ ਵੇਲੇ ਸਕੂਲੋਂ ਬਾਹਰ ਖਲੋ ਕੇ ਮੈਨੂੰ ਉਡੀਕਦਾ ਤੇ ਅਸੀਂ ਇਕੱਠੇ ਹੀ ਘਰ ਪਰਤਦੇ। ਇੰਜ 2 ਸਾਲ ਲੰਘ ਗਏ ਤੇ ਸਾਡੀ ਯਾਰੀ ਵੀ ਹੋਰ ਪੱਕੀ ਪੈਡੀ ਹੋ ਗਈ। ਪਰ ਵੇਲਾ ਕਦੀ ਵੀ ਇੱਕੋ ਜਿਹਾ ਨਹੀਂ ਰਹਿੰਦਾ। ਮੇਰੇ ਅੱਬਾ ਜੀ ਦੀ ਕਿਸੇ ਦੂਸਰੇ ਸ਼ਹਿਰ ਬਦਲੀ ਹੋ ਗਈ ਤੇ ਇੱਕ ਦਿਨ ਮੇਰੇ ਘਰ ਵਾਲਿਆਂ ਨੇ ਜ਼ਰੂਰੀ ਸਮਾਨ ਟਾਂਗੇ ਉੱਤੇ ਲੱਦਿਆ ਤੇ ਅਸੀਂ ਸਟੇਸ਼ਨ ਵੱਲ ਟੁਰ ਪਏ। ਮੋਤੀ ਵੀ ਟਾਂਗੇ ਦੇ ਨਾਲ ਹੀ ਮੇਰੇ ਵੱਲ ਵੇਖਦਾ ਟੁਰਿਆ ਜਾਂਦਾ ਸੀ। ਉਹਦੀਆਂ ਨਜ਼ਰਾਂ 'ਚ ਬੇਚੈਨੀ ਸੀ। ਇਹ ਸਾਰੀ ਗੱਲ ਉਹਦੀ ਸਮਝ ਤੋਂ ਬਾਹਰ ਸੀ। ਫਿਰ ਜਦੋਂ ਅਸੀਂ ਟੱਬਰ ਟਾਂਗੇ ਤੋਂ ਸਮਾਨ ਲਾ ਕੇ ਸਟੇਸ਼ਨ ਦੀਆਂ ਪੌੜੀਆਂ ਵੱਲ ਟੁਰੇ ਤਾਂ ਕੁੱਤਾ ਪਤਾ ਨਹੀਂ ਕਿਸ ਤਰ੍ਹਾਂ ਵਾਪਸ ਜਾਂਦੇ ਟਾਂਗੇ ਦੇ ਪਹੀਏ ਥੱਲੇ ਆ ਗਿਆ। ਟਾਂਗੇ ਦਾ ਪਹੀਆ ਉਹਦੀ ਧੌਣ ਦੇ ਉੱਤੋਂ ਦੀ ਲੰਘ ਗਿਆ। ਸੜਕ ਉੱਤੇ ਲਹੂ ਖਿਲਰ ਗਿਆ ਤੇ ਵੇਖਦਿਆਂ ਕੁੱਤੇ ਦੇ ਸਾਹ ਪੂਰੇ ਹੋ ਗਏ। ਮੇਰੀਆਂ ਅੱਖਾਂ 'ਚ ਅੱਥਰੂ ਭਰ ਗਏ। ਪਰ ਗੱਡੀ ਚੱਲਣ ਵਾਲੀ ਸੀ, ਜਿਹਦਾ ਕਰਕੇ ਮੇਰੀ ਮਾਂ ਮੈਨੂੰ ਜਿਵੇਂ ਘਸੀਟਦੀ ਸਟੇਸ਼ਨ ਦੀਆਂ ਪੌੜੀਆਂ ਚੜ੍ਹ ਗਈ। 15-16 ਵਰ੍ਹਿਆਂ ਦੇ ਬਨਵਾਸ ਮਗਰੋਂ ਅਸੀਂ ਇੱਕ ਵਾਰੀ ਫੇਰ ਆਪਣੇ ਪੁਰਾਣੇ ਸ਼ਹਿਰ ਰਪੜ ਗਏ। ਹੁਣ ਸਾਨੂੰ ਰਹਿਣ ਲਈ ਸਰਕਾਰ ਵੱਲੋਂ ਸ਼ਹਿਰੋਂ ਬਾਹਰ ਇੱਕ ਕੋਠੀ ਮਿਲ ਗਈ। 2 ਕਨਾਲਾਂ ਦੇ ਪਲਾਟ 'ਚ 10 ਮਰਲੇ ਦਾ ਰਿਹਾਇਸ਼ੀ ਹਿੱਸਾ ਬਣਿਆ ਸੀ ਤੇ ਸਾਹਮਣੇ 10-12 ਮਰਲਿਆਂ ਦਾ ਇੱਕ ਲੌਨ ਸੀ, ਜਿਸ 'ਚ ਬੜੀ ਸੰਘਣੀ ਘਾਹ ਉੱਗੀ ਸੀ। ਕੋਠੀ ਦੇ ਚਾਰੇ ਪਾਸੇ 10 ਫੁੱਟ ਉੱਚੀ ਇੱਕ ਕੰਧ ਬਣੀ ਸੀ। ਇਹ ਕੋਠੀ ਸੁੰਨਸਾਨ ਥਾਂ 'ਤੇ ਬਣੀ ਸੀ ਤੇ ਪਰ ਆਸੇ-ਪਾਸੇ ਕੁਝ ਫਾਸਲੇ ਉੱਤੇ ਛੋਟੇ-ਛੋਟੇ ਮਕਾਨਾਂ ਦੀ ਉਸਰੀ ਚੰਗੀ ਭਲੀ ਆਬਾਦੀ ਸੀ। ਇੱਥੇ ਇੱਕ ਦਿਨ ਘਰ ਜਾਂਦਿਆਂ ਮੈਨੂੰ ਇੱਕ ਕਤੂਰਾ ਦਿਸਿਆ। ਡੱਬ ਖੜੱਬਾ ਕਾਲੇ ਤੇ ਚਿੱਟੇ ਰੰਗ ਦੇ ਨਕਸ਼ੇ ਵਰਗਾ ਡੱਬਾਂ ਨਾਲ ਸਜਿਆ ਕਤੂਰਾ। ਇੱਕਦਮ ਮੈਨੂੰ ਆਪਣਾ ਪੁਰਾਣਾ ਯਾਰ ਮੋਤੀ ਯਾਦ ਆ ਗਿਆ। ਮੈਂ ਸੋਚੀ ਪੈ ਗਿਆ। ਮੈਨੂੰ ਹੁਣ ਬੜੀ ਚੰਗੀ ਤਰ੍ਹਾਂ ਪਤਾ ਸੀ ਵੀ ਕੁੱਤੇ ਦੀ ਰੋਡ ਸੈਂਸ ਬੰਦਿਆਂ ਤੋਂ ਘੱਟ ਨਹੀਂ ਹੁੰਦੀ ਤੇ ਉਹ ਆਮ ਤੌਰ 'ਤੇ ਟ੍ਰੈਫਿਕ ਐਕਸੀਡੈਂਟ 'ਚ ਨਹੀਂ ਮਰਦਾ। ਤੇ ਫਿਰ ਮੋਤੀ ਟਾਂਗੇ ਥੱਲੇ ਆ ਕੇ ਕਿਵੇਂ ਮਰ ਸਕਦਾ ਸੀ? ਓਹੋ, ਇਹਦਾ ਮਤਲਬ ਇਹ ਮੋਤੀ ਨੇ ਜਾਣ ਬੁੱਝ ਕੇ ਆਪਣੀ ਮਰਜ਼ੀ ਨਾਲ ਟਾਂਗੇ ਥੱਲੇ ਆ ਕੇ ਖੁਦਕੁਸ਼ੀ ਕੀਤੀ ਸੀ। ਉਹਦੇ ਕੋਲੋਂ ਆਪਣੇ ਯਾਰ ਦੀ ਜੁਦਾਈ ਜਰੀ ਨਹੀਂ ਸੀ ਜਾਂਦੀ। ਮੈਂ ਇੱਕ ਬੜਾ ਲੰਮਾ ਹੌਕਾ ਭਰਿਆ ਜਿਹੜਾ ਮੇਰੇ ਦਿਲ ਦੀ ਕਿਸੇ ਡੂੰਘੀ ਥਾਂ ਤੋਂ ਆਇਆ ਸੀ। ਮੈਂ ਕਤੂਰੇ ਨੂੰ ਪੁਚਕਾਰਿਆ। ਕਤੂਰਾ ਜਿਵੇਂ ਅੱਗੇ ਹੀ ਉਡੀਕਦਾ ਪਿਆ ਸੀ। ਉਹ ਆਪਣੀਆਂ ਨਿੱਕੀਆਂ ਲੱਤਾਂ ਨਾਲ ਤੇਜ਼ ਨੱਸਦਾ ਮੇਰੇ ਨਾਲ ਟੁਰਦਾ ਗਿਆ। ਟੁਰਦਾ ਮੇਰੇ ਵੱਲ ਵੇਖਦਾ ਵੀ ਜਾਂਦਾ ਸੀ। ਇੰਜੇ ਕੁੱਤਾ ਮੇਰੇ ਨਾਲ ਹੀ ਕੋਠੀ 'ਚ ਆ ਵੜਿਆ। ਇਸ ਕੁੱਤੇ ਦਾ ਨਾਂ ਵੀ ਮੋਤੀ ਰੱਖ ਦਿੱਤਾ ਗਿਆ। ਮੋਤੀ ਨੂੰ ਬੜੀ ਛੇਤੀ ਆਪਣੇ ਨਵੇਂ ਨਾਂ ਦਾ ਪਤਾ ਲੱਗ ਗਿਆ। ਮੋਤੀ ਦੇ ਸਾਡੇ ਘਰ 'ਚ ਆਉਣ ਨਾਲ ਬੜੀਆਂ ਅਨੋਖੀਆਂ ਰੌਣਕਾਂ ਲੱਗ ਗਈਆਂ। ਮੋਤੀ ਨੂੰ ਛੋਟੇ ਬਾਲਾਂ ਨਾਲ ਬੜਾ ਪਿਆਰ ਸੀ। ਕੁਝ ਦਿਨ ਤੇ ਬੱਚੇ ਗੇਟ ਥੱਲੋਂ ਮੋਤੀ ਨੂੰ ਮਿਲਣੀਆਂ ਕਰਦੇ ਰਹੇ ਤੇ ਫਿਰ ਉਹਨਾਂ ਦਾ ਝਾਕਾ ਲੱਥ ਗਿਆ ਸੀ। ਗੇਟ ਖੋਲ੍ਹ ਕੇ 8-10 ਬਾਲਾਂ ਨੂੰ ਅੰਦਰ ਬੁਲਾ ਲੈਂਦੇ। ਮੋਤੀ ਉਹਨਾਂ ਨਾਲ ਫੜਨ ਫੜਾਈ ਖੇਡਦਾ। ਸਾਰੇ ਬਾਲ ਇੱਧਰ ਉੱਧਰ ਲੁਕ ਛੁਪ ਜਾਂਦੇ। ਮੋਤੀ ਉਹਨਾਂ ਨੂੰ ਲੱਭ ਕੇ ਫੜਦਾ। ਆਮ ਕਰਕੇ ਬਾਲਾਂ ਦਾ ਕੁੜਤਾ ਮੂੰਹ 'ਚ ਫੜ ਕੇ ਲੌਨ ਦੇ ਵਿਚਕਾਰ ਲਿਆ ਬਿਠਾਉਂਦਾ ਤੇ ਇੰਜ ਇੱਕ ਕਰਕੇ ਸਾਰੇ ਬਾਲ ਫੜੇ ਜਾਂਦੇ। ਫਿਰ ਟੀਪੂ, ਜਿਹੜਾ ਇੱਕ 7-8 ਸਾਲਾਂ ਦਾ ਬੜਾ ਸੋਹਣਾ ਬਾਲਕ ਸੀ, ਮੋਤੀ ਨਾਲ ਕੁਸ਼ਤੀ ਲੜਦਾ। ਬਾਕੀ ਸਾਰੇ ਬਾਲ ਉਹਨਾਂ ਦੁਆਲੇ ਪਿੜ ਬੰਨ੍ਹ ਕੇ ਗਿੱਧਾ ਮਾਰਦੇ।
ਮੋਤੀ ਆਪਣੇ ਪਿਛਲੇ ਪੈਰਾਂ ਉੱਤੇ ਖਲੋ ਕੇ ਪਹਿਲਵਾਨਾਂ ਵਾਂਗ ਜ਼ੋਰ ਲਾਉਂਦਾ ਤੇ ਅਖੀਰ 'ਚ ਟੀਪੂ ਦਾ ਪੂਰਾ ਡੌਲਾ ਮੂੰਹ 'ਚ ਫੜ ਕੇ ਭੂੰਈ ਤੇ ਬੈਠ ਜਾਂਦਾ। ਪਰ ਮਜਾਲ ਏ ਜੇ ਟੀਪੂ ਨੂੰ ਜ਼ਰਾ ਵੀ ਦੰਦ ਦਾ ਨਿਸ਼ਾਨ ਪੈਂਦਾ ਹੋਵੇ। ਰਾਤ ਨੂੰ ਮੋਤੀ ਡਟ ਕੇ ਪਹਿਰਾ ਦਿੰਦਾ ਤੇ ਅਸੀਂ ਸਾਰੇ ਬੇਫਿਕਰ ਹੋ ਕੇ ਸੌਂਦੇ। ਮੋਤੀ ਨੂੰ ਬਾਲਾਂ ਨਾਲ ਜਿੰਨਾ ਪਿਆਰ ਸੀ, ਵੱਡਿਆਂ ਦਾ ਓਨਾ ਹੀ ਦੁਸ਼ਮਣ ਸੀ। ਮਜਾਲ ਏ ਜੇ ਇਸ ਮਾਮਲੇ 'ਚ ਉਹ ਸਾਡੀ ਵੀ ਮੰਨਦਾ ਹੋਵੇ। ਕਿਸੇ ਵੀ ਪ੍ਰਾਹੁਣੇ ਦੇ ਆਉਣ ਤੋਂ ਪਹਿਲਾਂ ਅਸੀਂ ਮੋਤੀ ਦੇ ਗਲ 'ਚ ਸੰਗਲ ਪਾ ਕੇ ਉਹਨੂੰ ਕੋਠੀ ਦੇ ਪਿਛਲੇ ਪਾਸੇ ਸ਼ਹਿਤੂਤ ਦੇ ਦਰਖਤ ਨਾਲ ਬੰਨ੍ਹ ਦਿੰਦੇ। ਇੱਥੋਂ ਗੇਟ 'ਚ ਵੜਦਾ ਨਿਕਲਦਾ ਬੰਦਾ ਨਹੀਂ ਸੀ ਦਿਸਦਾ। ਇੰਜ ਮੋਤੀ ਸਕੂਨ ਨਾਲ ਬੈਠਾ ਰਹਿੰਦਾ। ਅਸਲ 'ਚ ਉਹ ਸਮਝਦਾ ਸੀ ਕਿ ਘਰ ਦਾ ਅਸਲ ਮਾਲਕ ਉਹ ਆਪ ਏ। ਸਾਨੂੰ ਤਾਂ ਉਹਨੇ ਯਾਰੀ ਦੋਸਤੀ ਕਰਕੇ ਆਪਣੇ ਨਾਲ ਰੱਖਿਆ ਹੋਇਆ। ਸਾਡੇ ਟੱਬਰ ਦੇ ਤੇ ਛੋਟੇ ਬਾਲਾਂ ਤੋਂ ਵੱਖ ਉਹ ਹਰ ਇੱਕ ਨੂੰ ਘੁਸਪੈਠੀਆ ਸਮਝਦਾ ਸੀ। ਉਹਨੂੰ ਖਦੇੜਨਾ ਤੇ ਭੌਂਕ ਕੇ ਜਾਂ ਦਾਅ ਲੱਗੇ ਤੇ ਵੱਢ ਕੇ ਕੋਠੀਓਂ ਬਾਹਰ ਕੱਢਣਾ ਉਹਦੀ ਜ਼ਿੰਮੇਵਾਰੀ ਸੀ। ਤੇ ਇਸ ਮਾਮਲੇ 'ਚ ਪੂਰਾ ਬਦ ਲਿਹਾਜ਼ ਤੇ ਆਪ ਹੁਦਰਾ ਸੀ। ਅਸੀਂ ਮੋਤੀ ਨੂੰ ਜ਼ੁਬਾਨੀ ਕਲਾਮੀ ਡਾਂਟ ਡਪਟ ਦੇ ਸਕਦੇ ਸੀ, ਪਰ ਹੱਥ ਚਲਾਕੀ ਦਾ ਮਤਲਬ ਸੀ ਆਪਣੀ ਇੱਜ਼ਤ ਆਪਣੇ ਹੱਥ। ਤੇ ਜੇ ਮੋਤੀ ਸਮਝਦਾ ਸੀ ਕਿ ਗਲਤੀ ਉਹਦੀ ਏ ਤੇ ਉਹ ਡਾਂਟ ਸੁਣ ਕੇ ਸ਼ਰਮਿੰਦਗੀ ਨਾਲ ਮੂੰਹ ਨੀਵਾਂ ਕਰ ਲੈਂਦਾ। ਦੂਸਰੀ ਸੂਰਤ ਵਿੱਚ ਉਹ ਅੱਖਾਂ 'ਚ ਅੱਖਾਂ ਪਾ ਕੇ ਹੌਲੀ ਹੌਲੀ ਗੁੱਸੇ ਨਾਲ ਗੁਰਰਾਉਂਦਾ ਤੇ ਸਾਨੂੰ ਇਹ ਡਾਂਟ ਡਪਟ ਛੇਤੀ ਖ਼ਤਮ ਕਰਨੀ ਪੈ ਜਾਂਦੀ। ਮੋਤੀ ਸਾਹਿਬ ਕਦੀ ਵੀ ਕਿਸੇ ਦੇ ਸਾਹਮਣੇ ਖਾਣਾ ਪਸੰਦ ਨਹੀਂ ਸੀ ਕਰਦੇ। ਤੁਸੀਂ ਉਹਨੂੰ ਜੋ ਕੁਝ ਵੀ ਦੇਣਾ ਹੈ ਦੇ ਕੇ ਪਰੇ ਹਟ ਜਾਓ। ਜੇ ਤੁਸੀਂ ਸਿਰ 'ਤੇ ਖਲੋਤੇ ਰਹੋਗੇ ਤਾਂ ਮੋਤੀ ਸਾਹਿਬ ਖਾਣੇ ਵੱਲ ਵੇਖਣਗੇ ਵੀ ਨਹੀਂ। ਇਸ ਮਾਮਲੇ 'ਚ ਪੂਰਾ ਪਠਾਨ ਸੀ। ਸਾਡੇ ਆਲੇ ਦੁਆਲੇ ਅਕਸਰ ਡਾਕੇ ਵੱਜਦੇ ਰਹਿੰਦੇ। ਗਰੀਬਾਂ ਦੇ ਗਰੀਬ ਪ੍ਰਾਹੁਣੇ। ਇਹੋ ਮਿਸਾਲ ਡਾਕੂਆਂ ਦੀ ਵੀ ਸੀ। ਮਾੜੇ ਲੋਕਾਂ ਦਾ ਮਾੜਾ ਨਿੱਕ ਸੁੱਕ ਖੋਹ ਖਾ ਕੇ ਲੈ ਜਾਂਦੇ। ਪਰ ਮੋਤੀ ਦਾ ਦਬਦਬਾ ਤੇ ਰੋਹ ਪੂਰੇ ਇਲਾਕੇ 'ਚ ਖਿਲ ਰਿਹਾ ਹੋਇਆ ਸੀ, ਜਿਸ ਕਰਕੇ ਡਾਕੂਆਂ ਨੂੰ ਕਦੇ ਵੀ ਸਾਡੀ ਕੋਠੀ ਵੱਲ ਵੇਖਣ ਦਾ ਹੌਸਲਾ ਨਾ ਹੋਇਆ। ਸਭ ਕੁਝ ਬਿਲਕੁਲ ਠੀਕ ਠਾਕ ਟੁਰਿਆ ਜਾਂਦਾ ਸੀ, ਪਰ ਫਿਰ ਇੱਕਦਮ ਹਾਲਾਤ 'ਚ ਕੁਝ ਨਵੀਆਂ ਤਬਦੀਲੀਆਂ ਆਈਆਂ। ਮੈਂ ਅਕਸਰ ਅੱਧੀ ਰਾਤ ਨੂੰ ਬਾਹਰ ਨਿਕਲ ਕੇ ਮੋਤੀ ਨਾਲ ਗੱਲਾਂ ਬਾਤਾਂ ਕਰਦਾ। ਮੋਤੀ ਮੇਰੇ ਪੈਰਾਂ ਉੱਤੇ ਆਪਣੀ ਥੁੰਨੀ ਰਗੜ ਕੇ ਤੇ ਲੇਟ ਕੇ ਆਪਣੀ ਖੁਸ਼ੀ ਜ਼ਾਹਰ ਕਰਦਾ। ਇੱਕ ਰਾਤ ਜਦੋਂ ਮੈਂ ਬਾਹਰ ਨਿਕਲਿਆ ਤਾਂ ਮੋਤੀ ਕੋਠੀ ਦੇ ਗੇਟ ਹੇਠਾਂ ਦੀ ਵਿੱਥ 'ਚ ਬੁੱਥੀ ਵਾੜ ਕੇ ਲੇਟਿਆ ਸੀ। ਪਹਿਲੇ ਮੈਨੂੰ ਕਦੀ ਵੀ ਮੋਤੀ ਨੂੰ ਬੁਲਾਉਣਾ ਨਹੀਂ ਸੀ ਪੈਂਦਾ। ਉਹ ਜਿੱਥੇ ਵੀ ਹੁੰਦਾ ਮੇਰੇ ਪੈਰਾਂ ਦੀ ਧਮਕ ਸੁਣ ਕੇ ਨੱਠਾ ਹੁੰਦਾ। ਪਰ ਅੱਜ ਉਹਨੇ ਮੇਰੀ ਆਵਾਜ਼ ਵੀ ਸੁਣੀ ਅਣਸੁਣੀ ਕਰ ਦਿੱਤੀ। ਮੈਂ ਦੂਜੀ ਵਾਰੀ ਜ਼ਰਾ ਗੁੱਸੇ ਨਾਲ ਉਹਨੂੰ ਬੁਲਾਇਆ। ਮੋਤੀ ਨੱਠਾ ਮੇਰੇ ਪੈਰਾਂ 'ਚ ਲੇਟਿਆ ਤੇ ਫਿਰ ਵਾਪਸ ਪਹਿਲੇ ਵਾਲੀ ਥਾਂ 'ਤੇ ਅੱਪੜ ਗਿਆ। ਹੁਣ ਮੈਂ ਕੋਲ ਜਾ ਕੇ ਵੇਖਿਆ, ਉੱਥੇ ਇੱਕ ਨਵੀਂ ਜਵਾਨ ਹੋਈ ਕੁੱਤੀ ਆਪਣਾ ਮੂੰਹ ਮੋਤੀ ਦੀਆਂ ਨਾਸਾਂ 'ਚ ਦੇ ਕੇ ਲੇਟੀ ਸੀ। ਇਹ ਤੋਂ ਵੱਧ ਮਿਲਣੀ ਦੀ ਕੋਈ ਗੁੰਜਾਇਸ਼ ਨਹੀਂ ਸੀ। ਮੋਤੀ ਮਾਰਿਆ ਗਿਆ ਮੇਰੇ ਮੂੰਹੋਂ ਵਿੱਚੋਂ ਨਿਕਲਿਆ ਤੇ ਮੈਂ ਵਾਪਸ ਕਮਰੇ 'ਚ ਜਾ ਲੇਟਿਆ। ਹੁਣ ਮੋਤੀ ਹੋਰ ਦਾ ਹੋਰ ਹੀ ਹੋ ਗਿਆ ਸੀ। ਜੇ ਰਾਤ ਨੂੰ ਕੁੱਤੀ ਲੇਟ ਹੋ ਜਾਂਦੀ ਤਾਂ ਮੋਤੀ ਬੇਚੈਨ ਹੋ ਕੇ ਰੋਣ ਦੀਆਂ ਆਵਾਜ਼ਾਂ ਕੱਢਦਾ। ਮਜਬੂਰ ਹੋ ਕੇ ਦੂਜੇ ਦਿਨ ਮੈਂ ਕੁੱਤੀ ਦੀ ਸੂਹ ਕੱਢੀ। ਉਹ ਇੱਕ ਪਲਾਟ ਦੁਆਲੇ ਬਣੀ 4 ਦੀਵਾਰੀ ਦੇ ਅੰਦਰ ਕਾਬਜ਼ ਸੀ। ਲੋਹੇ ਦੇ ਗੇਟ ਥੱਲਿਓਂ ਆਮ ਕੁੱਤਾ ਅੰਦਰ ਨਹੀਂ ਸੀ ਜਾ ਸਕਦਾ। ਸਿਰਫ ਫਿਰੋਜ਼ਾਂ ਸਮਾਰਟ ਹੋਣ ਦਾ ਕਰਕੇ ਸੁੰਗੜ ਕੇ ਅੰਦਰ ਵੜ ਸਕਦੇ ਸੀ। ਇਹ ਫਿਰੋਜ਼ਾਂ ਇਲਾਕੇ ਦੇ ਸਭਨਾਂ ਕੁੱਤਿਆਂ ਦੀ ਲਾਡਲੀ ਸੀ, ਪਰ ਕਿਸੇ ਨੂੰ ਕੋਈ ਖਾਸ ਲਿਫਟ ਨਹੀਂ ਸੀ ਦਿੰਦੀ। ਇਹ ਨਵੀਂ ਜਵਾਨ ਹੋਈ ਸੀ। ਇਹਦੀ ਚਿੱਟੀ ਖੱਲ ਉੱਤੇ ਫਿਰੋਜ਼ੀ ਰੰਗ ਦੇ ਡੱਬੇ ਸਨ, ਜਿਹਦੇ ਕਰਕੇ ਮੈਂ ਇਹਨੂੰ ਫਿਰੋਜ਼ਾਂ ਦਾ ਨਾਂ ਦਿੱਤਾ ਸੀ। ਬੜੀ ਸਾਫ਼ ਸੁਥਰੀ ਚੰਗੀਆਂ ਆਦਤਾਂ ਵਾਲਾ ਜਾਨਵਰ ਸੀ। ਕੁੱਤੇ ਜਾਂ ਕੁੱਤੀ ਦਾ ਹੱਸਣਾ ਅਜੀਬ ਜਿਹੀ ਗੱਲ ਹੈ। ਮੈਨੂੰ ਇੰਝ ਲੱਗਦਾ ਜਿਵੇਂ ਕੁੱਤੀ ਹਰ ਵੇਲੇ ਹੱਸਦੀ ਹੋਵੇ। ਮੈਂ ਇਹਨੂੰ ਆਪਣੇ ਮੋਤੀ ਲਈ ਪਸੰਦ ਕਰ ਲਿਆ। ਮੋਤੀ ਨੂੰ ਖੁੱਲ੍ਹਾ ਛੱਡਣਾ ਆਪਣੇ ਗਲ ਸਿਆਪਾ ਪਾਉਣ ਵਾਲੀ ਗੱਲ ਸੀ। ਇਸ ਲਈ ਮੈਂ ਰਾਤ ਨੂੰ ਮੋਤੀ ਦਾ ਸੰਗਲ ਗੇਟ ਨਾਲ ਬੰਨ੍ਹ ਕੇ ਇੱਕ ਬੂਹਾ ਖੋਲ੍ਹ ਦਿੱਤਾ। ਮੋਤੀ ਦੇ ਹੁੰਦਿਆਂ ਬੂਹੇ 'ਚੋਂ ਲੰਘਣ ਦੀ ਹਿੰਮਤ ਕੋਈ ਮੂਰਖ ਹੀ ਕਰ ਸਕਦਾ ਸੀ। ਇੰਜ ਮੋਤੀ ਤੇ ਫਿਰੋਜ਼ਾਂ ਦੇ ਹਨੀਮੂਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਦੌਰਾਨ 1-2 ਬੜੇ ਔਖੇ ਮੋੜ ਵੀ ਆ ਸਕਦੇ ਸੀ, ਪਰ ਮੈਂ ਇਹਨਾਂ ਦੀ ਇਮਦਾਦ ਲਈ ਮੌਜੂਦ ਸੀ। ਇਹਨਾਂ ਦੋਹਾਂ ਦਾ ਹਨੀਮੂਨ ਮੁਕੰਮਲ ਹੋ ਗਿਆ, ਪਰ ਮੈਂ 1-ਅੱਧਾ ਹਫ਼ਤਾ ਹੋਰ ਇਹਨਾਂ ਨੂੰ ਮੌਜਾਂ ਕਰਨ ਦੀ ਇਜਾਜ਼ਤ ਦੇ ਦਿੱਤੀ। ਪਰ ਇਹ ਹਫ਼ਤਾ ਬੜਾ ਮਨਹੂਸ ਸਾਬਤ ਹੋਇਆ। ਕਾਰਪੋਰੇਸ਼ਨ ਵਾਲਿਆਂ ਇਸ ਦੌਰਾਨ ਕੁੱਤੇ ਮਾਰਨ ਦਾ ਹਫ਼ਤਾ ਮਨਾਉਣਾ ਸ਼ੁਰੂ ਕਰ ਦਿੱਤਾ। 50 ਰੁਪਏ ਫੀ ਕੁੱਤੇ ਦੇ ਹਿਸਾਬ ਨਾਲ। ਬੇਕਾਰ ਜਵਾਨਾਂ ਬੰਦੂਕਾਂ ਫੜ ਕੇ ਰਾਤਾਂ ਨੂੰ ਕੁੱਤਿਆਂ ਦਾ ਸ਼ਿਕਾਰ ਸ਼ੁਰੂ ਕਰਤਾ। ਮੈਂ ਛੇਤੀ ਨਾਲ ਕਾਰਪੋਰੇਸ਼ਨ ਵੱਲੋਂ ਮਿਲੇ ਇਜਾਜ਼ਤਨਾਮੇ ਵਜੋਂ ਲੋਹੇ ਦਾ ਤਵੀਤ ਮੋਤੀ ਦੇ ਗਲ ਪਾ ਦਿੱਤਾ। ਮੇਰਾ ਖਿਆਲ ਸੀ ਇਸ ਤਵੀਤ ਕਰਕੇ ਮੋਤੀ ਨਾਲ ਬੈਠੀ ਫਿਰੋਜ਼ਾਂ ਦੀ ਜਾਨ ਵੀ ਬਚੀ ਰਹੇਗੀ, ਪਰ ਇੰਜ ਨਾ ਹੋ ਸਕਿਆ। ਮੈਂ ਰਾਤ ਨੂੰ ਕੰਨ ਲਾ ਕੇ ਫਾਇਰ ਦੀ ਆਵਾਜ਼ ਸੁਣਦਾ ਰਹਿੰਦਾ ਤੇ ਜੇ ਸਾਡੀ ਕੋਠੀ ਲਾਗੇ ਜੇ ਕੁੱਤਿਆਂ ਦੇ ਸ਼ਿਕਾਰੀ ਅੱਪੜਨ ਤਾਂ ਮੈਂ ਉਹਨਾਂ ਨੂੰ ਕੁਝ ਦੇ ਦਵਾ ਕੇ
ਫਿਰੋਜ਼ਾਂ ਦੀ ਜਾਨ ਬਖਸ਼ੀ ਕਰਵਾ ਸਕਾਂ, ਪਰ ਹੋਣੀ ਹੋ ਕੇ ਰਹਿੰਦੀ ਏ। ਆਮ ਤੌਰ 'ਤੇ ਰਾਤ ਨੂੰ 12 ਬੋਰ ਦੀ ਠਾਹ ਠਾਹ ਤੇ ਫੱਟੜ ਕੁੱਤਿਆਂ ਦੀਆਂ ਚੀਕਾਂ ਦੀ ਆਵਾਜ਼ ਆਉਂਦੀ ਰਹਿੰਦੀ। ਪਰ ਅੱਜ ਦੀ ਰਾਤ ਬੜੀ ਸਕੂਨ ਨਾਲ ਲੰਘੀ ਸੀ। ਮੈਂ ਸੋਚਿਆ ਖੁਆਰੇ ਕੁੱਤੇ ਮਾਰਨ ਦਾ ਹਫ਼ਤਾ ਮੁੱਕ ਗਿਆ। ਫਿਰ ਮੈਂ ਕੋਠੀਓਂ ਬਾਹਰ ਨਿਕਲਿਆ ਤਾਂ ਮੋਤੀ ਕੱਲਮ ਕੱਲਾ ਖਲੋਤਾ ਸੀ। ਮੈਂ ਉਹਨੂੰ ਬੜੀ ਮੁਸ਼ਕਿਲ ਨਾਲ ਖਿੱਚ ਧਰੂ ਕੇ ਕੋਠੀ ਦੇ ਗੇਟ ਤੋਂ ਅੰਦਰ ਲਿਆਂਦਾ। ਅੱਜ ਮੋਤੀ ਦੇ ਤੌਰ ਤਰੀਕੇ ਕੁਝ ਬਦਲੇ ਸਨ। ਫਿਰ ਮੈਂ ਫਿਰੋਜ਼ਾਂ ਦੀ ਖੈਰੀਅਤ ਦਾ ਪਤਾ ਕਰਨ ਲਈ ਕੋਠੀ ਤੋਂ ਬਾਹਰ ਆਇਆ। ਥੋੜ੍ਹੀ ਦੂਰ ਇੱਕ ਪਰਚੂਨ ਦੀ ਦੁਕਾਨ ਵਾਲਾ ਵੀ ਮੇਰਾ ਵਾਕਫ ਸੀ। ਉਹ ਰਾਤ ਨੂੰ ਬੜੀ ਦੇਰ ਤੀਕਰ ਆਪਣੀ ਦੁਕਾਨ ਖੁੱਲ੍ਹੀ ਰੱਖਦਾ ਸੀ। ਮੈਂ ਉਹਦੇ ਕੋਲੋਂ ਫਿਰੋਜ਼ਾਂ ਬਾਰੇ ਪੁੱਛਿਆ। ਕਾਰਪੋਰੇਸ਼ਨ ਵਾਲੇ ਉਹਨੂੰ ਮਾਰ ਕੇ ਟਰੈਕਟਰ ਟਰਾਲੀ 'ਤੇ ਪਾ ਕੇ ਲੈ ਗਏ ਨੇ, ਜਵਾਬ ਮਿਲਿਆ। ਪਰ ਰਾਤੀ ਫਾਇਰ ਦੀ ਆਵਾਜ਼ 'ਤੇ ਕੋਈ ਨਹੀਂ ਸੀ ਆਈ। ਮੈਂ ਪੁੱਛਿਆ। ਪਰਚੂਨ ਵਾਲੇ ਨੇ ਦੱਸਿਆ ਉਹਨਾਂ ਨੇ ਕਾਰਤੂਸ ਦੇ 15 ਰੁਪਏ ਬਚਾਉਣ ਲਈ ਫਿਰੋਜ਼ਾਂ ਨੂੰ ਪੁੱਛ-ਪੁੱਛ ਕਰਕੇ ਕੋਲ ਬੁਲਾਇਆ ਅਤੇ ਜਦੋਂ ਫਿਰੋਜ਼ਾਂ ਪੁੱਛਲ ਹਿਲਾਉਂਦੀ ਉਹਦੇ ਕੋਲ ਗਈ ਤਾਂ ਉਹਨੇ ਲੋਹੇ ਦੀ ਬਾਰੀ ਜਿਹੜੀ ਪਿੱਛੇ ਲੁਕਾਈ ਸੀ ਫਿਰੋਜ਼ਾਂ ਦੇ ਸਿਰ 'ਚ ਕੱਢ ਮਾਰੀ ਅਤੇ ਉਸ ਨਿਮਾਣੀ ਦੀ ਆਵਾਜ਼ ਨਾ ਨਿਕਲੀ ਅਤੇ ਉਹਨੂੰ ਟਰਾਲੀ 'ਚ ਸੁੱਟ ਕੇ ਟੁਰਦੇ ਹੋਏ। 1 ਮਿੰਟ 'ਚ ਹੀ ਸਭ ਕੁਝ ਹੋ ਗਿਆ। ਮੈਂ ਗੁੰਮ-ਸੁੰਮ ਖਲੋਤੇ ਦਾ ਖਲੋਤਾ ਰਹਿ ਗਿਆ। ਮੈਂ ਸੋਚ ਵੀ ਨਹੀਂ ਸੀ ਸਕਦਾ ਕਿ 50-60 ਰੁਪਇਆਂ ਲਈ ਕੋਈ ਬੰਦਾ ਇੰਨੇ ਸੋਹਣੇ ਜਨੌਰ ਨੂੰ ਇੰਨੇ ਜ਼ਾਲਿਮਾਨਾ ਤਰੀਕੇ ਨਾਲ ਵੀ ਮਾਰ ਸਕਦਾ। ਫਿਰੋਜ਼ਾਂ ਮੈਨੂੰ ਬੜੀ ਚੰਗੀ ਲੱਗਦੀ ਸੀ, ਬਿਲਕੁਲ ਆਪਣੇ ਮੋਤੀ ਵਾਂਗੂ। ਫਿਰੋਜ਼ਾਂ ਦੇ ਨਾਲ ਤੇ ਜੋ ਹੋਣਾ ਸੀ ਹੋ ਗਿਆ, ਪਰ ਇਹਦੇ ਕਰਕੇ ਮੋਤੀ ਹੋਰ ਦਾ ਹੋਰ ਹੋ ਗਿਆ। ਹੁਣ ਉਹ ਬਾਲਾਂ ਨਾਲ ਖੇਡਣ ਦੀ ਬਜਾਏ ਉਹਨਾਂ ਨੂੰ ਘੂਰਦਾ ਅਤੇ ਉਹਨਾਂ ਉੱਤੇ ਗੁੱਸੇ ਨਾਲ ਭੌਂਕਦਾ। ਫਿਰ ਉਹ ਟੀਪੂ ਜਿਹਦੇ ਨਾਲ ਮੋਤੀ ਖੇਡਦਾ ਨਹੀਂ ਸੀ ਥੱਕਦਾ, ਇੱਕ ਦਿਨ ਉਹਦਾ ਪਹਿਲਾ ਨਿਸ਼ਾਨਾ ਬਣਿਆ। ਟੀਪੂ ਨੇ ਹਮੇਸ਼ਾ ਵਾਂਗ ਉਹਦੇ ਨਾਲ ਛੇੜਛਾੜ ਕੀਤੀ। ਮੋਤੀ ਨੇ ਉਛਲ ਕੇ ਉਹਦੀ ਬਾਂਹ 'ਤੇ ਦੰਦ ਮਾਰ ਦਿੱਤੇ। ਟੀਪੂ ਦੀ ਬਾਂਹ 'ਚੋਂ ਖੂਨ ਤੇਜ਼ੀ ਨਾਲ ਵਗਣ ਲੱਗ ਪਿਆ। ਮੈਂ ਛੇਤੀ ਨਾਲ ਟੀਪੂ ਨੂੰ ਕਮਰੇ 'ਚ ਪਹੁੰਚਾਇਆ ਅਤੇ ਉਹਦੀ ਫੱਟੜ ਬਾਂਹ ਉੱਤੇ ਪੱਟੀ ਕਰਕੇ ਤੁਰੰਤ ਹਸਪਤਾਲ ਵੱਲ ਲੈ ਗਿਆ। ਉੱਥੇ ਉਹਨੂੰ ਟੀਕਿਆਂ ਦਾ ਕੋਰਸ ਲਗਵਾਉਣਾ ਪਿਆ। ਹਸਪਤਾਲੋਂ ਵਾਪਸ ਆ ਕੇ ਮੈਂ ਮੋਤੀ ਦੇ ਸਾਹਮਣੇ ਖਲੋ ਗਿਆ ਅਤੇ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਨੂੰ ਚੰਗਾ ਡਾਂਟਿਆ। ਪਰ ਐਤਕੀ ਮੋਤੀ ਨੇ ਅੱਖਾਂ ਨੀਵੀਆਂ ਨਹੀਂ ਸੀ ਕੀਤੀਆਂ। ਉਹ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਘੂਰਦਾ ਰਿਹਾ, ਜਿਵੇਂ ਉਹਨੂੰ ਆਪਣੇ ਕਾਰੇ ਉੱਤੇ ਕੋਈ ਸ਼ਰਮਿੰਦਗੀ ਨਾ ਹੋਵੇ। ਅਤੇ ਫਿਰ 1 ਹਫ਼ਤੇ ਦੇ ਵਿੱਚ ਹੀ ਮੋਤੀ ਹੋਰਾਂ ਨੇ ਇੱਕ ਹੋਰ ਕਾਰਵਾਈ ਪਾ ਦਿੱਤੀ। ਕਾਸ਼ੀ ਨਾਲ ਮੋਤੀ ਦੇ ਤਾਲੁਕਾਤ ਪਹਿਲੋਂ ਵੀ ਕੋਈ ਬਹੁਤੇ ਚੰਗੇ ਨਹੀਂ ਸੀ। ਕਾਸ਼ੀ ਮੌਲਵੀ ਸੀ ਅਤੇ ਕੁੱਤਿਆਂ ਨੂੰ ਪਲੀਦ ਸਮਝ ਕੇ ਪਰਾਂ ਹੀ ਨਹੀਂ ਸੀ ਰਹਿੰਦਾ, ਸੋ ਅਕਸਰ ਉਹਨੂੰ ਬੱਧੇ ਹੋਏ ਨੂੰ ਵੀ ਤੰਗ ਕਰਦਾ ਰਹਿੰਦਾ ਸੀ। ਇੱਕ ਦਿਨ ਮੋਤੀ ਨੂੰ ਮੌਕਾ ਮਿਲ ਗਿਆ। ਉਹਨੇ ਕਾਸ਼ੀ ਦੀ ਲੱਤ ਕਾਬੂ ਕੀਤੀ। ਅਸੀਂ ਕਾਸ਼ੀ ਨੂੰ ਬੜੀ ਮੁਸ਼ਕਿਲ ਨਾਲ ਛੁਡਾਇਆ ਅਤੇ ਇੱਕ ਵਾਰੀ ਫਿਰ ਉਹੀ ਹਸਪਤਾਲ ਦੇ ਟੀਕੇ ਅਤੇ ਫਿਰ ਅਗਲੇ ਹਫ਼ਤੇ ਮੋਤੀ ਨੇ 2 ਹੋਰ ਬਾਲਾਂ 'ਤੇ ਆਪਣੇ ਦੰਦਾਂ ਦੀ ਅਜ਼ਮਾਈ ਕੀਤੀ। ਹੁਣ ਅਖੀਰ ਹੋ ਗਈ ਸੀ। ਅੱਜ ਰਾਤ ਮੈਂ ਆਪਣੀ ਡਾਇਰੀ 'ਚ ਲਿਖਿਆ, ਮੋਤੀ ਉੱਤੇ ਮੁਕੱਦਮਾ ਚਲਾਉਣਾ ਜ਼ਰੂਰੀ ਏ। ਇਹ ਬੰਦਿਆਂ 'ਚ ਰਹਿੰਦਾ, ਕਿਸੇ ਜੰਗਲ 'ਚ ਨਹੀਂ। ਇਹਦੇ ਕਰਕੇ ਇਹਨੂੰ ਬੰਦਿਆਂ ਦੇ ਕਾਨੂੰਨ ਮੁਤਾਬਕ ਸਜ਼ਾ ਵੀ ਮਿਲਣੀ ਚਾਹੀਦੀ। ਇਹਨੂੰ ਕੋਈ ਹੋਰ ਮੌਕਾ ਦੇਣਾ ਬਿਲਕੁਲ ਗਲਤ ਹੋਏਗਾ ਅਤੇ ਹੁਣ ਇਹਦੇ ਖਿਲਾਫ ਹਰ ਹਾਲਤ 'ਚ ਕਾਰਵਾਈ ਕੀਤੀ ਜਾਏਗੀ ਅਤੇ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਦੇ ਦਿੱਤੀ ਜਾਏਗੀ। ਹੁਣ ਮੋਤੀ ਨੂੰ ਖੁੱਲ੍ਹਾ ਛੱਡਣਾ ਖਤਰਨਾਕ ਸੀ, ਇਸ ਕਰਕੇ ਮੁਕੱਦਮੇ ਦੀ ਕਾਰਵਾਈ ਤੀਕਰ ਉਹਨੂੰ ਸੰਗਲ ਪਾ ਕੇ ਸ਼ਤੂਤ ਦੇ ਮੁੱਢ ਨਾਲ ਬੰਨ੍ਹ ਦਿੱਤਾ ਗਿਆ। ਇੰਝ ਹੀ ਜਿਵੇਂ ਸਜ਼ਾਏ ਮੌਤ ਦੇ ਕੈਦੀ ਨੂੰ ਕੋਠੀ ਲਾ ਦਿੰਦੇ ਨੇ। ਮਾਮਲਾ ਬੜਾ ਗੰਭੀਰ ਸੀ, ਜਿਹਦੇ ਕਰਕੇ ਮੈਂ ਕਮ ਸੇ ਕਮ 3 ਦਿਨ ਤੀਕਰ ਇਹਦੇ ਉੱਤੇ ਸੋਚ ਵਿਚਾਰ ਕਰਨ ਤੇ ਮਗਰੋਂ ਕੋਈ ਫੈਸਲਾ ਕਰਨਾ ਚਾਹੁੰਦਾ ਸੀ। ਮੇਰੇ ਸਾਹਮਣੇ 3 ਰਸਤੇ ਸਨ। ਮੋਤੀ ਨੂੰ ਗੁੱਜਰ ਕਈ ਵਾਰ ਮੰਗ ਚੁੱਕੇ ਸਨ, ਉਹਨਾਂ ਨੂੰ ਦੇ ਦਿੱਤਾ ਜਾਏ। ਦੂਜਾ, ਦੂਰ ਦਰਾਜ਼ ਜੰਗਲ 'ਚ ਜਾ ਕੇ ਛੱਡ ਦਿੱਤਾ ਜਾਏ। ਤੀਜਾ, ਮੌਤ ਦੀ ਸਜ਼ਾ। ਬੜੀ ਚੰਗੀ ਤਰ੍ਹਾਂ ਸੋਚ ਵਿਚਾਰ ਤੋਂ ਬਾਅਦ ਮੈਂ ਉਹਦੇ ਲਈ ਮੌਤ ਦੀ ਸਜ਼ਾ ਦਾ ਫੈਸਲਾ ਕੀਤਾ। ਇਹ ਫੈਸਲਾ ਮੋਤੀ ਤੇ ਆਮ ਲੋਕਾਂ ਦੀ ਬਿਹਤਰੀ ਨੂੰ ਮੁੱਖ ਰੱਖ ਕੇ ਕੀਤਾ ਗਿਆ। ਚੌਥੇ ਦਿਨ ਮੈਂ ਮੋਤੀ ਦੇ ਸਾਹਮਣੇ ਕੁਰਸੀ 'ਤੇ ਬੈਠ ਗਿਆ। ਉਹਦੀਆਂ ਸ਼ਰਬਤੀ ਅੱਖਾਂ 'ਚ ਅੱਖਾਂ ਪਾ ਕੇ ਕਿੰਨਾ ਹੀ ਚਿਰ ਵੇਖਦਾ ਰਿਹਾ। ਪਤਾ ਨਹੀਂ ਕਿਉਂ ਮੈਨੂੰ ਲੱਗਦਾ ਸੀ ਵੀ ਮੋਤੀ ਅੱਖਾਂ ਨਾਲ ਗੱਲਬਾਤ ਕਰ ਸਕਦਾ ਹੈ। ਇੱਕ ਜ਼ਹੀਨ ਜਾਨਵਰ ਜਿਹੜਾ ਬੰਦਿਆਂ ਦੀ ਹਰ ਗੱਲ ਸਮਝਦਾ ਪਰ ਜਵਾਬ ਨਹੀਂ ਦੇ ਸਕਦਾ, ਪਰ ਜਿਹੜੇ ਲੋਕੀ ਅੱਖਾਂ ਦੀ ਬੋਲੀ ਸਮਝਦੇ ਨੇ ਉਹਦਾ ਜਵਾਬ ਵੀ ਸੁਣ ਤੇ ਸਮਝ ਸਕਦੇ ਨੇ। ਫਿਰ ਮੈਂ ਹੌਲੀ-ਹੌਲੀ ਇੱਕ ਲਫ਼ਜ਼ ਉੱਤੇ ਜ਼ੋਰ ਦੇ ਕੇ ਆਖਿਆ, ਮਿਸਟਰ ਮੋਤੀ, ਤੁਸੀਂ ਇਨਸਾਨੀ ਬਰਾਦਰੀ 'ਚ ਰਹਿੰਦੇ ਸਹਿੰਦੇ ਹੋ। ਇਹਦੇ ਕਰਕੇ ਇਨਸਾਨੀ ਕਾਨੂੰਨ ਵੀ ਤੁਹਾਡੇ 'ਤੇ ਲਾਗੂ ਹੁੰਦੇ ਨੇ। ਤੁਸੀਂ ਜਾਣ-ਬੁੱਝ ਕੇ ਬਗੈਰ ਕਿਸੇ ਵਜ੍ਹਾ ਤੋਂ 4 ਇਨਸਾਨਾਂ ਨੂੰ ਫੱਟੜ ਕੀਤਾ ਹੈ ਅਤੇ ਇਹਨਾਂ ਬੇਗੁਨਾਹਾਂ ਦੀ ਜਾਨ ਖਤਰੇ 'ਚ ਪਾਈ ਹੈ। ਤੁਹਾਨੂੰ ਪਹਿਲਾਂ ਹੀ ਆਮ ਇਨਸਾਨਾਂ ਤੋਂ ਵੱਧ ਮੌਕਾ ਦਿੱਤਾ ਗਿਆ ਹੈ। ਅਸੂਲਨ ਤੁਹਾਡੇ ਪਹਿਲੇ ਜੁਰਮ ਉੱਤੇ ਤੁਹਾਨੂੰ ਸਜ਼ਾ ਮਿਲ ਜਾਣੀ ਚਾਹੀਦੀ ਸੀ, ਪਰ ਖੈਰ ਹੁਣ ਮੈਂ ਇੱਕ ਜੱਜ ਦੀ ਹੈਸੀਅਤ ਨਾਲ ਤੈਨੂੰ ਮੌਤ ਦੀ ਸਜ਼ਾ ਸੁਣਾਉਣਾ। ਮੇਰੇ ਖਿਆਲ 'ਚ ਤੁਹਾਡੇ ਕੋਲ ਇਹਦਾ ਕੋਈ ਜਵਾਬ ਨਹੀਂ। ਮੋਤੀ ਨੇ ਜ਼ਰਾ ਵੀ ਸਿਰ ਨੀਵਾਂ ਨਾ ਕੀਤਾ, ਸਗੋਂ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖਦਾ ਰਿਹਾ। ਇੱਕ ਵਾਰੀ ਤੇ ਮੈਨੂੰ ਇੰਝ ਲੱਗਾ ਜਿਵੇਂ ਉਹਦੀਆਂ ਅੱਖਾਂ ਦੀ ਚਮਕ ਵੱਧ ਗਈ ਹੋਵੇ। ਮੈਂ ਫੇਰ ਆਖਿਆ,
ਮਿਸਟਰ ਮੋਤੀ, ਹੁਣ ਜਦੋਂ ਤੁਹਾਨੂੰ ਤੁਹਾਡੇ ਗੁਨਾਹ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਤੁਸੀਂ ਇਹ ਸਜ਼ਾ ਸਿਰ ਮੱਥੇ ਕਬੂਲ ਵੀ ਕਰ ਲਈਏ ਤੇ ਪਰ ਇੱਕ ਗੱਲ ਤੇ ਜ਼ਰੂਰ ਆਖਾਂਗਾ, ਤੁਸੀਂ ਜਿਵੇਂ ਚੰਗੇ ਵੇਲਿਆਂ 'ਚ ਆਪਣੀ ਆਕੜ ਤੇ ਆਨ-ਬਾਨ ਦਾ ਖਿਆਲ ਰੱਖਿਆ ਹੈ, ਕਿਸੇ ਨੂੰ ਵੀ ਕਦੀ ਵੀ ਇਹਨਾਂ ਉਲੰਘਣਾ ਦੀ ਇਜਾਜ਼ਤ ਨਹੀਂ ਦਿੱਤੀ। ਇੰਝ ਹੀ ਵਕਾਰ ਤੇ ਸ਼ਾਨ ਨਾਲ ਮੌਤ ਨੂੰ ਵੀ ਜੀ ਆਇਆਂ ਨੂੰ ਆਖੋਗੇ। ਮੈਂ ਤੁਹਾਨੂੰ ਮਜਬੂਰ ਹੋ ਕੇ ਸਜ਼ਾ ਸੁਣਾਈ ਹੈ। ਮੈਨੂੰ ਉਮੀਦ ਹੈ ਤੁਹਾਡੀ ਜਿਹੜੀ ਇੱਜ਼ਤ ਮੇਰੀਆਂ ਨਜ਼ਰਾਂ 'ਚ ਤੁਹਾਨੂੰ ਉਹਨੂੰ ਘੱਟ ਨਹੀਂ ਕਰੋਗੇ। ਮੋਤੀ ਉਂਝ ਦਾ ਉਂਝ ਮੇਰੀਆਂ ਅੱਖਾਂ 'ਚ ਤੱਕਦਾ ਰਿਹਾ, ਪਰ ਉਹਦੀਆਂ ਸ਼ਰਬਤੀ ਅੱਖਾਂ ਦੀ ਚਮਕ ਵੱਧਦੀ ਗਈ। ਸੱਚੀ ਗੱਲ ਏ, ਇਹਨਾਂ ਅੱਖਾਂ ਦਾ ਬਹੁਤਾ ਚਿਰ ਸਾਹਮਣਾ ਕਰਨਾ ਮੇਰੇ ਵੱਸੋਂ ਬਾਹਰ ਸੀ। ਦੂਜੇ ਦਿਨ ਹਫ਼ਤਾ ਸੀ, ਮੈਂ ਸਿੱਧਾ ਕਾਰਪੋਰੇਸ਼ਨ ਦੇ ਦਫ਼ਤਰ ਅੱਪੜਿਆ। ਉੱਥੇ ਮੈਂ ਕੁੱਤਿਆਂ ਦੇ ਜਲਾਦ ਨੂੰ ਲੱਭਿਆ। ਉਹਨੂੰ ਦੱਸਿਆ ਵੀ ਕੁੱਤਾ ਖਤਰਨਾਕ ਹੋ ਗਿਆ, ਉਹਨੂੰ ਮਾਰਨਾ ਜ਼ਰੂਰੀ ਹੈ। ਤੁਹਾਡੀ ਅਸਲੀ ਫੀਸ ਤੋਂ ਵੱਧ ਫੀਸ ਪੇਸ਼ ਕੀਤੀ ਜਾਏਗੀ, ਪਰ ਇੱਕ ਸ਼ਰਤ ਹੈ, ਕੁੱਤੇ ਨੂੰ ਮਰਨ 'ਚ ਤਕਲੀਫ ਨਹੀਂ ਹੋਣੀ ਚਾਹੀਦੀ। ਦੂਜੇ ਉਹਦੇ ਮਰਨ ਦੇ ਨਾਲ ਹੀ ਉਹਦੀ ਲੋਥ, ਸੰਗਲੀ ਤੇ ਦੂਜੀਆਂ ਸਭੇ ਸ਼ੈਵਾਂ ਫੌਰੀ ਤੌਰ 'ਤੇ ਲੈ ਜਾਣਾ ਵੀ ਜਲਾਦ ਦੀ ਜ਼ਿੰਮੇਵਾਰੀ ਹੋਏਗੀ। ਦੂਜੇ ਦਿਨ ਐਤਵਾਰ ਨੂੰ ਫਜ਼ਰੋ ਫਜ਼ਰੀ ਜਲਾਦ ਅੱਪੜ ਗਿਆ। ਮੋਤੀ ਨੇ ਉਹਨੂੰ ਕੋਠੀ 'ਚ ਵੜਦਿਆਂ ਵੇਖਿਆ, ਪਰ ਮਜਾਲ ਹੈ ਜੇ ਕੁਸਕਿਆ ਵੀ ਹੋਵੇ। ਸਗੋਂ ਨੇ ਹੌਲੀ ਜਿਹੀ ਭੌਂਕ ਕੇ ਜਿਵੇਂ ਉਹਨੂੰ ਜੀ ਆਇਆਂ ਨੂੰ ਆਖਿਆ ਹੋਵੇ। ਮੈਂ ਇੱਕ ਖਾਸ ਆਵਾਜ਼ ਬੜੀ ਚੰਗੀ ਤਰ੍ਹਾਂ ਸਿਆਣਦਾ ਸਾਂ। ਜਦੋਂ ਮੈਂ ਘਰ ਪਰਤਦਾ ਹੁੰਦਾ ਸਾਂ, ਮੋਤੀ ਮੈਨੂੰ ਇੰਝ ਹੀ ਆਵਾਜ਼ ਨਾਲ ਜੀ ਆਇਆਂ ਨੂੰ ਆਖਦਾ ਸੀ। ਜਲਾਦ ਨੇ ਕੋਠੀ ਦੇ ਲੌਨ 'ਚ ਬੈਠ ਕੇ ਮੋਤੀ ਦਾ ਆਖਰੀ ਨਾਸ਼ਤਾ ਤਿਆਰ ਕੀਤਾ। ਇੱਕ ਕੁੱਕੜ ਦੀਆਂ ਹੱਡੀਆਂ, ਇੱਕ ਦੋ ਬੋਟੀਆਂ, ਜ਼ਹਿਰ ਨੂੰ ਰਲਾ ਕੇ ਤਿਆਰ ਹੋਇਆ ਸੀ। ਮੈਂ ਇੱਕ ਵਾਰੀ ਫੇਰ ਉਹਨੂੰ ਯਾਦ ਕਰਾਇਆ, ਜਾਨਵਰ ਨੂੰ ਮਰਨ 'ਚ ਤਕਲੀਫ ਨਹੀਂ ਹੋਏਗੀ। ਬਾਊ ਜੀ ਬਿਲਕੁਲ ਫਿਕਰ ਨਾ ਕਰੋ, ਬਸ ਜਿਵੇਂ ਬਟਨ ਦਬਾਇਆ ਬੱਤੀ ਬੁੱਝ ਜਾਂਦੀ ਹੈ। ਮੈਂ ਸਭ ਕੁਝ ਆਪਣੀਆਂ ਅੱਖਾਂ ਨਾਲ ਨਹੀਂ ਸੀ ਦੇਖ ਸਕਦਾ। ਮੈਂ ਪਿਛਲੇ ਕਮਰੇ 'ਚ ਜਾ ਖਲੋਤਾ, ਮੇਰੀਆਂ ਅੱਖਾਂ 'ਚ ਗਲੇਡੂ ਆ ਗਏ। ਇੱਕ ਵਾਰੀ ਫੇਰ ਮੋਤੀ ਦੇ ਪਿਆਰ ਦੀ ਆਵਾਜ਼ ਕੱਢੀ। ਉਹਦੇ ਮਗਰੋਂ ਸਭ ਕੁਝ ਮੁੱਕ ਗਿਆ। ਕੋਈ ਅੱਧੇ ਘੰਟੇ ਮਗਰੋਂ ਜਲਾਦ ਦੁਬਾਰਾ ਕੋਠੀ 'ਚ ਆਇਆ। ਉਹਨੇ ਆਖਿਆ, ਬਾਊ ਜੀ ਸਾਰਾ ਕੰਮ ਹੋ ਗਿਆ, ਹੁਣ ਮੈਨੂੰ ਇਜਾਜ਼ਤ ਦਿਓ। ਮੈਂ 100 ਦੇ 3 ਨੋਟਾਂ ਦੀ ਸ਼ਕਲ 'ਚ ਇਜਾਜ਼ਤ ਦੇ ਦਿੱਤੀ। ਪੁੱਛਿਆ, ਕੁੱਤਾ ਪਾਗਲ ਤੇ ਨਹੀਂ ਸੀ? ਨਹੀਂ ਜੀ, ਬਿਲਕੁਲ ਪਾਗਲ ਨਹੀਂ ਸੀ, ਬੇਵਕੂਫ ਜ਼ਰੂਰ ਸੀ। ਮੈਂ ਕਈ 100 ਕੁੱਤੇ ਮਾਰੇ ਨੇ, ਪਰ ਇੰਨਾ ਬੇਵਕੂਫ ਕੁੱਤਾ ਮੈਂ ਅੱਜ ਤੱਕ ਨਹੀਂ ਸੀ ਵੇਖਿਆ। ਕੋਈ ਵੀ ਕੁੱਤਾ ਆਸਾਨੀ ਨਾਲ ਜ਼ਹਿਰ ਨਹੀਂ ਖਾਂਦਾ। ਕਈ ਵਾਰੀ ਤੇ ਮੈਨੂੰ ਅੱਧਾ ਘੰਟਾ ਵੀ ਲੱਗ ਜਾਂਦਾ, ਪਰ ਇਹ ਤੇ ਜਿਵੇਂ ਅੱਗੇ ਹੀ ਉਡੀਕਦਾ ਪਿਆ ਸੀ। ਆਕੜ ਖਾਂ ਮੇਰੇ ਮੂੰਹੋਂ ਨਿਕਲਿਆ। ਮੈਂ ਆਪਣੇ ਅੱਥਰੂ ਲੁਕਾਉਣ ਲਈ ਮੂੰਹ ਫੇਰ ਕੇ ਅੰਦਰ ਵੜ ਗਿਆ। ਮੈਂ ਅੱਜ ਵੀ ਮੋਤੀ ਲਈ ਦੁਖੀ ਹਾਂ। ਮੇਰੇ ਦੁੱਖ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਮੈਂ ਅੱਖਾਂ ਦੀ ਬੋਲੀ ਸਮਝਦਾ, ਤੇ ਮੋਤੀ ਦੀਆਂ ਅੱਖਾਂ ਨੇ ਮਰਨ ਤੋਂ ਪਹਿਲਾਂ ਜੋ ਕੁਝ ਮੈਨੂੰ ਦੱਸਿਆ ਸੀ, ਉਹਨੇ ਮੈਨੂੰ ਲਾਜਵਾਬ ਕਰਤਾ ਸੀ, ਜਿਹਦੇ ਕਰਕੇ ਉਹਦੇ ਲਈ ਮੇਰਾ ਦੁੱਖ ਬੇਅੰਤ ਹੋ ਗਿਆ। ਪਹਿਲਾ ਮੋਤੀ ਇੱਕ ਬਾਲਕ ਦੇ ਪਿਆਰ ਕਰਕੇ ਆਪਣੀ ਜਾਨ ਹਾਰਿਆ ਸੀ, ਜਦਕਿ ਦੂਜੇ ਮੋਤੀ ਨੇ ਬੰਦਿਆਂ ਦੇ ਜ਼ੁਲਮ ਕਰਕੇ ਜਾਣ ਬੁੱਝ ਕੇ ਮੌਤ ਦਾ ਸਵਾਗਤ ਕੀਤਾ ਸੀ। ਧੰਨਵਾਦ।